ਜਦੋਂ ਤਾਰੀਖ ਦੇ ਪੰਨੇ ਉਲਟੇ ਜਾਂਦੇ ਆ ਤੇ ਸਾਨੂੰ ਬਾਰ-ਬਾਰ ਐਸੀਆਂ ਕਹਾਣੀਆਂ ਮਿਲਦੀਆਂ ਨੇ ਜਿੰਦੇ ਵਿੱਚ ਇਨਸਾਨੀਅਤ, ਸਰਹੱਦਾਂ, ਨਜ਼ਰੀਆਤ ਤੇ ਤਾਕਤ ਦੀ ਹਵਸ ਨੂੰ ਰੋਣ ਦਿੱਤਾ ਜਾਂਦਾ ਹੈ। ਅੱਜ ਗੱਲ ਕਰਦੇ ਹਾਂ ਖਾਲਿਸਤਾਨ ਦੇ ਬਾਰੇ। ਕੁਝ ਲੋਕ ਤਾਂ ਇਹਨੂੰ ਫੌਰਨ ਅਲੈਹਦਗੀ, ਬਗਾਵਤ ਤੇ ਸ਼ਿੱਦਤ ਪਸੰਦੀ ਨਾਲ ਜੋੜ ਦਿੰਦੇ ਨੇ। 1984 ਦਾ ਉਹ ਖੂਨੀ ਬਾਬ ਜਦੋਂ ਦਿੱਲੀ ਦੀਆਂ ਗਲੀਆਂ ਦੇ ਵਿੱਚ ਮਾਸੂਮ ਸਿੱਖਾਂ ਦਾ ਖੂਨ ਵਹਾਇਆ ਗਿਆ। ਉਹ ਸਿਰਫ ਇੱਕ ਸਾਨਿਆ ਨਹੀਂ ਸੀ, ਉਹ ਇੱਕ ਚੀਖ ਸੀ ਜਿਹੜੀ ਅੱਜ ਵੀ ਇਨਸਾਫ ਵਾਸਤੇ ਗੂੰਜਦੀ ਪਈ ਹੈ। ਕਿਸਾਨ ਤਹਿਰੀਕ ਦੀ ਮਿਸਾਲ ਲਓ, ਜਿੱਥੇ ਹਜ਼ਾਰ ਸਿੱਖਾਂ ਨੇ ਆਪਣੇ ਹਕੂਕ ਵਾਸਤੇ ਸੜਕਾਂ ਦੇ ਉੱਤੇ ਡੇਰੇ ਪਾ ਲਏ। ਐਡੀ ਕੋਈ ਨੈਸ਼ ਕਿਸਮ ਦੀ ਹਕੂਮਤ ਹੈ ਇਹ ਭਾਰਤ ਦੀ। ਉਸ ਇhtਜਾਜ ਨੂੰ ਉਹਨਾਂ ਨੇ ਇਹ ਸਮਝਿਆ ਕਿ ਆਖਰ ਜੀ ਇਹ ਮੁਲਕ ਦੁਸ਼ਮਣ ਹੈ। ਜਿਹੜੀ ਚੀਜ਼ ਮਿਲੇ, ਪਤਾ ਨਹੀਂ ਪਾਕਿਸਤਾਨ ਦੇ ਨਾਲ ਕਿਹੜਾ ਇਹ ਰਿਸ਼ਤਾ। ਪਾਕਿਸਤਾਨ ਤਾਂ ਕਦੀ ਵੀ ਅਮਨ ਤੋਂ ਬਗੈਰ ਗੱਲ ਹੀ ਨਹੀਂ ਕਰਦਾ। ਅਸੀਂ ਜ਼ਬਰ ਦੇ ਖਿਲਾਫ ਹਾਂ, ਲੇਕਿਨ ਅਗਰ ਤਾਂ ਪਿਆਰ ਨਾਲ ਗੱਲ ਕਰੋਗੇ ਤੇ ਵਿੱਚ ਗਾਜਰ ਦੁੱਧ ਪਾ ਕੇ ਖੀਰ ਦੇਾਂਗੇ, ਤੇ ਜੇ ਜੰਗ ਦੀ ਗੱਲ ਕੀਤੀ ਤੇ ਚੀਰ ਦੇਾਂਗੇ। ਤੁਸੀਂ ਇੱਕ ਕਾਰਵਾਈ ਕਰੋਗੇ, ਤੁਹਾਨੂੰ ਪਤਾ ਵੀ ਨਹੀਂ ਲੱਗਣ ਦੇਣਾ, ਵਿੱਚੇ ਵਿੱਚ ਲੱਤਾਂ ਥੱਲੋਂ ਛਾਂਗ ਦੇਣੀਆਂ ਫੜ ਕੇ। ਬਿਸਮਿल्लाहिर्रहमानिर्रहीम, अस्सलाम वालेकुम। मैं थोड़ी मेज़बान शुमाइला नियाज़ और तुसी देख रहे हो 360 डिजिटल पंजाबी। और आज बिना किसी ताखीर तो जुड़ना अपना ये व्लॉग पहला शुरू करते हैं और एक खास टॉपिक ते गल करांगे इंशाअल्लाह। और तारीख दे उत्ते गल करांगे क्योंकि ਜਦੋਂ ਤਾਰੀਖ ਦੇ ਪੰਨੇ ਉਲਟੇ ਜਾਂਦੇ ਆ ਤੇ ਸਾਨੂੰ ਬਾਰ-ਬਾਰ ਐਸੀਆਂ ਕਹਾਣੀਆਂ ਮਿਲਦੀਆਂ ਨੇ ਜਿੰਦੇ ਵਿੱਚ ਇਨਸਾਨੀਅਤ, ਸਰਹੱਦਾਂ, ਨਜ਼ਰੀਆਤ ਤੇ ਤਾਕਤ ਦੀ ਹਵਸ ਨੂੰ ਰੋਣ ਦਿੱਤਾ ਜਾਂਦਾ ਹੈ। ਬਲਕਿ ਰੋਂਦਣਾ ਤਾਂ ਕੀ, ਬਲਕਿ ਰੋਲ ਹੀ ਦਿੱਤਾ ਜਾਂਦਾ ਹੈ। ਅੱਜ ਦੀ ਅਗਰ ਮੌਜੂਦਾ ਸੂਰਤ-ਹਾਲ ਦਾ ਜਾਇਜ਼ਾ ਲਈਏ ਤੇ ਇੱਕ ਤਰਫ ਤਾਂ ਕਸ਼ਮੀਰ ਦੀ ਤੜਪਦੀ ਹੋਈ ਵਾਦੀ ਤੇ ਦੂਜੇ ਪਾਸੇ ਪੰਜਾਬ ਦੀ ਉਹ ਧਰਤੀ। ਇਹ ਵਾਜ਼ਿਹ ਸਬੂਤ ਹੈ ਇਸ ਚੀਜ਼ ਦਾ, ਜਿਹਨਾਂ ਕੋਲੋਂ ਮਰਜ਼ੀ ਪੁੱਛ ਲਓ ਕਿ ਉੱਥੇ ਸੱਚ ਬੋਲਣ ਵਾਲੇ, ਕੁਰਬਾਨੀ ਦੇਣ ਵਾਲੇ ਤੇ ਆਜ਼ਾਦੀ ਦੇ ਮਤਵਾਲੇ ਪੈਦਾ ਹੋਏ ਨੇ। ਅੰਦਾਜ਼ਾ ਹੋ ਗਿਆ ਹੋਏਗਾ ਕਿ ਮੈਂ ਪੰਜਾਬ ਦੀ ਕਿਹੜੀ ਚੀਜ਼ ਦੇ ਬਾਰੇ ਗੱਲ ਕਰ ਰਹੀ ਹਾਂ। ਬਿਲਕੁਲ ਜੀ, ਅੱਜ ਗੱਲ ਕਰਦੇ ਹਾਂ ਖਾਲਿਸਤਾਨ ਦੇ ਬਾਰੇ। ਕੁਝ ਲੋਕ ਤਾਂ ਇਹਨੂੰ ਫੌਰਨ ਅਲੈਹਦਗੀ, ਬਗਾਵਤ ਤੇ ਸ਼ਿੱਦਤ ਪਸੰਦੀ ਨਾਲ ਜੋੜ ਦਿੰਦੇ ਨੇ। ਲੇਕਿਨ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਜਦੋਂ ਕੋਈ ਕੌਮ ਆਪਣੇ ਤਸ਼ੱਖੁਸ, ਆਪਣੀ ਜ਼ੁਬਾਨ, ਆਪਣੇ ਮਜ਼ਹਬ, ਆਪਣੇ ਵਕਾਰ ਵਾਸਤੇ ਆਵਾਜ਼ ਬੁਲੰਦ ਕਰਦੀ ਹੈ ਤੇ ਕੀ ਉਹਨੂੰ ਬਗਾਵਤ ਕਹਿੰਦੇ ਜਾਂ ਉਹਨੂੰ ਹੱਕ ਦਾ ਮੁਤਾਲਬਾ ਕਹਿੰਦੇ? ਭਾਰਤ ਦੇ ਵਿੱਚ ਸਿੱਖ ਜਿਹੜਾ ਨਾ ਅੱਜ ਉਸ ਦੁਰਾਏ ਤੇ ਖੜਾ ਹੋ ਗਿਆ ਹੈ ਜਿਹੜਾ ਸਿਰਫ ਸਿਆਸੀ ਜਾਂ ਮਜ਼ਹਬੀ ਨਹੀਂ, ਬਲਕਿ ਤਾਰੀਖੀ ਨਾਇਨਸਾਫੀਆਂ ਦਾ ਇੱਕ ਲੰਮਾ ਤਸਲਸਲ ਬਣਿਆ ਪਿਆ। ਇਹ ਕੋਈ ਕਹਾਣੀ ਅੱਜ ਦੀ ਨਹੀਂ ਹੈਗੀ। ਤੁਹਾਨੂੰ ਯਾਦ ਹੋਏਗਾ ਕਿ 1984 ਦਾ ਉਹ ਖੂਨੀ ਬਾਬ ਜਦੋਂ ਦਿੱਲੀ ਦੀਆਂ ਗਲੀਆਂ ਦੇ ਵਿੱਚ ਮਾਸੂਮ ਸਿੱਖਾਂ ਦਾ ਖੂਨ ਵਹਾਇਆ ਗਿਆ। ਉਹ ਸਿਰਫ ਇੱਕ ਸਾਨਿਆ ਨਹੀਂ ਸੀ, ਉਹ ਇੱਕ ਚੀਖ ਸੀ ਜਿਹੜੀ ਅੱਜ ਵੀ ਇਨਸਾਫ ਵਾਸਤੇ ਗੂੰਜਦੀ ਪਈ ਹੈ। ਲੇਕਿਨ ਨਹੀਂ, ਭਾਰਤ ਦੀ ਸਰਕਾਰ ਦੇ ਕੰਨ ਦੇ ਉੱਤੇ ਤਾਂ ਜੂੰ ਤੱਕ ਨਹੀਂ ਰਿੰਗਦੀ। ਨਾ ਉਹਨੇ ਇਸ ਜ਼ੁਲਮ ਵਾਸਤੇ ਮਾਫੀ ਮੰਗੀ ਹੈ, ਨਾ ਇਹਦੇ ਵਾਸਤੇ ਇਨਸਾਫ ਦਿੱਤਾ ਹੈ, ਬਲਕਿ ਅੱਜ ਵੀ ਉਹੀ ਉਹੀ ਘਟੀਆ ਸੋਚ, ਉਹੀ ਘਟੀਆ ਰਵੱਈਆ, ਸਾਰਾ ਕੁਛ ਹੀ ਘਟੀਆ, ਕਿਉਂਕਿ ਇਹ ਆਪ ਘਟੀਆ ਨੇ। ਇਹਨਾਂ ਨੂੰ ਨਾ ਕਦੀ ਅਕਲ ਆਣੀ ਹੈ ਤੇ ਨਾ ਕਦੀ ਅਕਲ ਆ ਸਕਦੀ ਹੈ। ਪਤਾ ਨਹੀਂ ਦਿਮਾਗ ਦੇ ਉੱਤੇ ਐਸੀ ਕਿਹੜੀ ਚੀਜ਼ ਸਵਾਰ ਹੋਈ ਆ, ਕਰਨਾ ਇਹ ਕੁਛ ਚਾਹੁੰਦੇ ਨੇ, ਕਰ ਇਹ ਕੁਛ ਲੈਂਦੇ ਨੇ। ਪੁਰਾਣੀ ਗੱਲ ਤਾਂ ਹੈ ਕੋਈ ਨਹੀਂ, ਹੁਣ ਪਿਛਲੇ ਮਹੀਨੇ ਦੀ ਗੱਲ ਹੈ, ਬਲਕਿ ਪਿਛਲੇ ਮਹੀਨੇ ਦੀ ਗੱਲ ਹੋ ਗਈ। ਕੀ ਕੀਤਾ ਸੀ ਫਿਰ ਉਹ? ਜੀ ਅਸੀਂ ਰਾਫੇਲ ਲੈ ਕੇ ਆਵਾਂਗੇ, ਅਸੀਂ ਫਲਾਨਾ ਕਰਾਂਗੇ, ਸਾਡੀ ਇਕੋਨਮੀ ਬੜੀ ਸਟਰੋਂਗ ਹੈ, ਸਾਡਾ ਬੜਾ ਸਟਰੋਂਗ ਹੈ। ਅੱਧੇ ਲੋਕ ਫਿਲਮਾਂ ਬਣਾਈ ਜਾਂਦੇ ਆ, ਅੱਧੇ ਕੀ ਕਹਿੰਦੇ ਨੇ ਪਾਕਿਸਤਾਨ ਦੇ ਉੱਤੇ ਰਿਸਰਚ ਕਰਕੇ ਤੇ ਪਾਕਿਸਤਾਨ ਦੇ ਉੱਤੇ ਵੀਡੀਓਜ਼ ਬਣਾਈ ਜਾਂਦੇ ਆ ਜਿਹੜੇ ਫੈਕਟਸ ਨੇ ਉਹਨਾਂ ਫੈਕਟਸ ਤੋਂ ਦੂਰ ਨੇ। ਦੁਨੀਆ ਚੰਦ ਤੇ ਪਹੁੰਚੀ ਪਈ ਹੈ, ਠੀਕ ਹੈ। ਇਹਨਾਂ ਦੀ ਪਤਾ ਨਹੀਂ ਪਾਕਿਸਤਾਨ ਨੇ ਕਿਹੜੀ ਐਸੀ ਚੀਜ਼ੀ ਖੋਲੀ ਹੈ ਜਿਹੜਾ ਇਲਜ਼ਾਮ ਹੈ ਉਹ ਪਾਕਿਸਤਾਨ ਤੇ ਲਾ ਦਿੰਦੇ, ਠੀਕ ਹੈ। ਪਾਕਿਸਤਾਨ ਜਿਹਨੂੰ ਭਾਰਤ ਜਿਹੜਾ ਨਾ ਅਕਸਰ ਨਹੀਂ ਬਲਕਿ ਸਮਝਦਾ ਹੀ ਆਪਦਾ ਦੁਸ਼ਮਣ ਹੈ। ਲੇਕਿਨ ਇਹ ਦੁਸ਼ਮਣ ਮੁਲਕ ਨਹੀਂ ਹੈ। ਇਹ ਉਹ ਮੁਲਕ ਹੈ ਜਿੱਥੇ ਨਨਕਾਣਾ ਸਾਹਿਬ ਅੱਜ ਵੀ ਮੁਹੱਬਤ ਦਾ ਇਸਤਾਰਾ ਹੈ, ਜਿੱਥੇ ਹਰ ਸਾਲ ਹਜ਼ਾਰ ਸਿੱਖ ਯਾਤਰੀ ਅਕੀਦਤ ਵਾਸਤੇ ਆਉਂਦੇ ਨੇ ਔਰ ਇੱਥੇ ਬਾਬਾ ਗੁਰੂ ਨਾਨਕ ਦਾ ਪੈਗਾਮ, ਅਮਨ, ਮਸਾਵਾਤ ਤੇ ਭਾਈਚਾਰੇ ਦਾ ਪੈਗਾਮ ਮਿਲਦਾ ਹੈ। ਔਰ ਅਸੀਂ ਸਿੱਖ ਭੈਣ ਭਰਾਵਾਂ ਨੂੰ ਸਿਰਫ ਅਕਲੀਅਤ ਨਹੀਂ ਸਮਝਦੇ, ਅਸੀਂ ਉਹਨਾਂ ਨੂੰ ਵਾਰਿਸੇ ਪੰਜਾਬ, ਵਾਰਿਸੇ ਧਰਤੀ ਮੰਨਦੇ ਹਾਂ। ਔਰ ਪਾਕਿਸਤਾਨ ਜਿਹੜਾ ਹੈ ਨਾ ਉਹਨਾਂ ਦਾ ਇਹਤਰਾਮ ਕਰਦਾ ਹੈ। ਲੇਕਿਨ ਇਹ ਇਹਤਰਾਮ ਮਾਜ਼ਰਤ ਦੇ ਨਾਲ ਸਾਨੂੰ ਆਪਣੇ ਸਿੱਖ ਭੈਣਾਂ ਭਰਾਵਾਂ ਵਾਸਤੇ ਭਾਰਤ 'ਚ ਨਹੀਂ ਮਿਲਦਾ। ਚਲੋ ਅਸੀਂ ਤਾਂ ਸ਼ੁਕਰ ਹੈ ਕਿ ਅਲੱਗ ਹੋ ਗਏ, ਕਿ ਸਾਡਾ ਨਜ਼ਰੀਆ ਮੁਖਤਲਿਫ ਸੀ, ਸਾਡਾ ਮਜ਼ਹਬ ਮੁਖਤਲਿਫ ਸੀ, ਅਸੀਂ ਤਾਂ ਅਲੱਗ ਹੋ ਗਏ। ਲੇਕਿਨ ਦਿਲੋਂ ਮੈਂ ਚਾਹਾਂਗੀ ਕਿ ਖਾਲਿਸਤਾਨ ਵੀ ਬਣੇ ਤਾਂ ਕਿ ਸਿੱਖਾਂ ਨੂੰ ਵੀ ਆਪਣੇ ਮਜ਼ਹਬ ਦੇ ਮੁਤਾਬਿਕ, ਆਪਣੀ ਅਕੀਦੇ ਦੇ ਮੁਤਾਬਿਕ ਇੱਕ ਅਲੱਗ ਵਤਨ ਮਿਲ ਸਕੇ। ਔਰ ਅੱਜ ਜਦੋਂ ਭਾਰਤ ਦੇ ਵਿੱਚ ਅਕਲੀਤਾਂ ਦੇ ਨਾਲ ਜ਼ੁਲਮ ਹੁੰਦਾ ਹੈ, ਚਾਹੇ ਉਹ ਮੁਸਲਮਾਨ ਹੋਵੇ, ਈਸਾਈ ਹੋਵੇ ਜਾਂ ਖੁਦ ਉਹਨਾਂ ਦਾ ਆਪਣਾ ਹਿੰਦੂ ਹੋਵੇ, ਤੇ ਉੱਥੇ ਸਿੱਖ ਵੀ ਕਿਸੇ ਜ਼ਬਰ ਤੋਂ ਮਹਿਫੂਜ਼ ਨਹੀਂ ਹੈਗਾ। ਕਿਸਾਨ ਤਹਿਰੀਕ ਦੀ ਮਿਸਾਲ ਲਓ, ਜਿੱਥੇ ਹਜ਼ਾਰ ਸਿੱਖਾਂ ਨੇ ਜਿਹੜਾ ਨਾ ਉਹ ਕਿਸਾਨਾਂ ਨੇ ਆਪਣੇ ਹਕੂਕ ਵਾਸਤੇ ਸੜਕਾਂ ਦੇ ਉੱਤੇ ਡੇਰੇ ਪਾ ਲਏ।
लेकिन भारत की हुकूमत ने एडी कोई नैश किस्म की हुकूमत है भारत की, उस एहतजाज में उन्होंने ये समझा कि आखिर जी ये मुल्क दुश्मन है, ये तो पाकिस्तान का कोई जो ना वो दहशतगर्द आ गया है इत्थे, जोड़ी चीज़ मिले पता नहीं पाकिस्तान नाल केड़ा ये रिश्ता। मैं फिर कहने हैं कि शमैला बहुत ज़्यादा बोल लेंदी है, मैनू मेरे आसे पासे वाले समझाते हैं कि जरा हत्थ हौला रखी, हजे मैं तुहाडे नाल हत्थ हौला रख के गल करदी हाँ वैसे, लेकिन सच ये है कि जो कोई कौम जागदी है ना तो सिर्फ अपने वास्ते नहीं जागदी, वो मजलूमा वास्ते जागदी है, वो इंसानियत वास्ते जागदी है। तो खालिस्तान का मुतालबा सिर्फ एक रियासत का मुतालबा नहीं है, ये उस वकार की बहाली वास्ते जदोजहद है जो सिख कौम कोलों छीन ली गई है, जो सिख कौम कोलों खो ली गई है। और ये खुद मुख्तारी की जी तमन्ना है ना, ये उन्हों का हक है कि वो अपने फैसले खुद करे तो अपनी जमीन ते अपने मसूलों के मुताबिक चले। और रही गल पाकिस्तान की, पाकिस्तान तक कभी भी अमन के खिलाफ नहीं होया, पाकिस्तान तक कभी भी अमन तो बगैर गल ही नहीं करता। और दूजी गल है कि मैं बार बार ये कहनी हाँ कि असी जंग नहीं चाहते, असी जबर के खिलाफ हाँ, लेकिन मैं गल इत्थे फिर वही कोट करांगी कि अगर तो प्यार नाल गल करोगे तो विच गाजर दुध पा के खीर देंगे, तो जो जंग की गल की तो चीर देंगे। इस चीर नूं मैं पहले दफ़ा थोड़ा लम्मा कर दिता है, चीर देंगे, ठीक है, क्योंकि ये वक्त है सच बोलन का, तारीख नूं दुरुस्त करन दा। ये वक्त है सिख कौम जिहड़ी सदियां तो कुर्बानी की अलामत है, अज अपनी शनाख्त वास्ते कुर्बानी ना दे बल्कि अपने हकूक नूं पहचाने तो ये वास्ते आवाज़ बुलंद करे। असीं सिर्फ सरहदां दे उस पार नहीं हैगे बल्कि असीं दिलां दे आर पार रहने और दिलों मुहब्बत करते हैं और दिलों अमन का पैगाम देने हैं। सानू इंसाफ की तमन्ना है, ठीक है, तो कोई भी ताकत दुनिया की ऐसी कौम नूं झुका नहीं सकती, उनका सिर नीवा नहीं कर सकती। ये पैगाम पाकिस्तान का है, नफरत का नहीं, ना दुश्मनी का, बल्कि एक भाईचारे का, इंसाफ का, सच का। और खालिस्तान सिर्फ एक ख्वाब नहीं है, ये एक हकीकत है जिहड़ी वक्त के नाल 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 परवान चढ़ी है। और पाकिस्तान इस ख्वाब नूं समझदा भी है तो इहदा एहतराम भी करदा है। और बाकी जिहड़ियां कार्रवाइयां भारत वालों हो रही ने साडे बलोचिस्तान दे विच, इहदे तो बाज रवे। तुसीं एक कार्रवाई करोगे तुहानूं पता भी नहीं लगन देना, विचे विच लत्तां थल्लों छांग देणियां फड़ के। तुसीं एक कार्रवाई करोगे तुहानूं पता भी नहीं चलना कि तुहाडे नाल कार्रवाई कित्थों पै गई है। समझते हैं ना फिर कार्रवाई आप। तुहाडे नाल मुलाकात होएगी अगली वीडियो दे विच इंशाअल्लाह, इंशाअ रहमान। उदों लई पाकिस्तान जिंदाबाद, पाकिस्तान आर्मी जिंदाबाद, अल्लाह निगहबान।